Hello everyone, welcome to Victor's Knowledge. This is Chinu Sharma and today I am back with lecture number 2 from Indian economy. So ਕੱਲ ਮੈਂ ਤੁਹਾਡੇ ਨਾਲ basic ਜਿਹੜੀ economic planning ਦਾ concept ਹੈ ਉਹ discuss ਕੀਤਾ ਸੀ ਤੇ ਨਾਲ 5 year plans ਤੇ ਉਹਨਾਂ ਦੇ major objective. So ਅੱਜ ਮੈਂ ਤੁਹਾਡੇ ਨਾਲ economy ਦਾ ਸਭ ਤੋਂ important ਜਿਹੜਾ ਇੱਕ base ਹੈ ਉਹ discuss ਕਰਨ ਜਾ ਰਹੀ ਹਾਂ national income ਦਾ concept. So before beginning with the topic, I want to share something important with you guys. So I have launched my own handwritten history notes ਤੇ ਇਹ ਸਿਰਫ ਔਰ ਸਿਰਫ ਤੁਹਾਨੂੰ 200 ਰੁਪੀਸ ਦੇ ਮਿਲ ਰਹੇ ਨੇ ਤੇ ਮੈਂ ਅਲੱਗ ਤੋਂ ਫਾਈਲਸ ਤਿਆਰ ਕੀਤੀਆਂ ਹੋਈਆਂ ਨੇ ਹਰ ਟੌਪਿਕ ਦੀਆਂ ਸੋ ਦੈਟ ਤੁਹਾਨੂੰ ਜਿਹੜੇ ਵੀ ਟੌਪਿਕ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤੁਸੀਂ ਪਹਿਲਾਂ ਉਹਦੀ ਫਾਈਲ ਓਪਨ ਕਰਕੇ ਨੋਟਸ ਚੋਂ ਈਜ਼ੀਲੀ ਹਿਸਟਰੀ ਨੂੰ ਸਮਝ ਸਕੋ ਤੇ ਇਹ ਮੈਂ ਬਹੁਤ ਹੀ ਜ਼ਿਆਦਾ ਇੱਕ ਸਟਰਕਚਰ ਫਾਰਮ ਦੇ ਵਿੱਚ ਤਿਆਰ ਕੀਤੇ ਨੇ ਹਰ ਛੋਟੀ ਤੋਂ ਛੋਟੀ ਇਨਫੋਰਮੇਸ਼ਨ ਹੈ ਚਾਹੇ ਉਹ ਸਾਊਥ ਇੰਡੀਅਨ ਹਿਸਟਰੀ ਨਾਲ ਰਿਲੇਟਡ ਹੈ ਜਾਂ ਕਿਸੇ ਵੀ ਹਿਸਟਰੀ ਨਾਲ ਸੋ ਇੱਕ ਹੋਰ ਇੰਪੋਰਟੈਂਟ ਗੱਲ ਇਹ ਹੈ ਵੀ ਜਿਹੜੇ ਇਹ ਨੋਟਸ ਨੇ ਇਹ ਇੰਡਸ ਵੈਲੀ ਸਿਵਲਾਈਜੇਸ਼ਨ ਐਂਸ਼ੀਐਂਟ ਇੰਡੀਆ ਤੋਂ ਲੈ ਕੇ till 1947 ਇੰਡੀਅਨ ਇੰਡੀਪੈਂਡੈਂਸ ਐਕਟ ਤੱਕ ਸਾਰਾ ਦਾ ਸਾਰਾ ਜੋ ਵੀ ਹਿਸਟਰੀ ਨਾਲ ਰਿਲੇਟਡ ਮਟੀਰੀਅਲ ਹੈ ਉਹ ਤੁਹਾਨੂੰ ਇੱਕ ਜਗ੍ਹਾ ਤੇ ਮਿਲ ਜੂਗਾ ਤੇ ਇਹ ਜਿਹੜੇ ਨੋਟਸ ਨੇ ਇਹ ਮੈਂ ਕਲਰਡ ਫਾਰਮ ਦੇ ਵਿੱਚ ਤੁਹਾਨੂੰ ਸਕੈਨ ਕਾਪੀਜ਼ ਦਵਾਂਗੀ ਸੋ ਤੁਸੀਂ ਇਹਨਾਂ ਨੂੰ ਬਾਏ ਕਰਨ ਦੇ ਲਈ या तो मैनू ईमेल सेंड कर दो या फिर सेंड डायरेक्ट मैसेज ऑन माय इंस्टाग्राम पेज सो हुण आपां इंट्रोडक्शन दे विच सब तो पहला देखांगे कि इकोनॉमी दा मतलब की है सो सिंपल शब्दां दे विच एक इकोनॉमी नूं आपां पंजाबी च आर्थिकता कहने आ कि एक देश दी सोसाइटी दी स्टेट दी आर्थिक हालत की है उस चीज़ नूं पढ़न दे लई आपां इकोनॉमी सब्जैक्ट लैके आए हां सो इकोनॉमी कहते एक इहो जिहा सिस्टम है जिहदे च आपां इह देखदे हां भी एक देश च रहण वाले लोग जिंदा रहण दे लई की खा रहे ने किन्ने दा लै रहे ने की बदले च दे रहे ने कित्थे कित्थे इन्वेस्टमेंट कर रहे ने सो इकोनॉमी इज अ सिस्टम इन विच पीपल अर्न देयर लिविंग टू सैटिस्फाई देयर वांट्स जो भी उन्हां दी इच्छावां ने नीड्स ने उन्हां दी पूर्ति करन दे लई एक वधिया लाइफ जीण दे लई जो चीज़ां भी एक इंसान करता है वो सारी चीज़ों ਨੂੰ ਆਪਾਂ इकोनॉमी ਦੇ ਅੰਦਰ ਪੜ੍ਹਦੇ ਹਾਂ सो इट इज़ अ प्रोसेस ऑफ प्रोडक्शन कुछ बनाना कुछ खाना इन्वेस्ट करना ते बदले च ਆਪਾਂ ਨੇ कुछ पैसा देना सो इकोनॉमिक्स पढ़ाई है ਜਿਹੜੀ ਇਹ किस चीज़ ਦੀ पढ़ाई है it is the study of problem of choice arising out of scarcity of resource having alternate use ਕਹਿੰਦੇ ਆਪਾਂ ਨੇ ਉਰੇ ਕਹਿਤਾ ਵੀ ਆਪਾਂ ਨੇ ਕੁਝ ਬਣਾਉਣਾ ਖਾਣਾ ਇਨਵੈਸਟ ਕਰਨਾ ਪਰ ਜਿਹੜੀਆਂ ਵੀ ਚੀਜ਼ਾਂ ਨੇ ਇੱਕ ਲਿਮਿਟਿਡ ਆਪਣੇ ਕੋਲ ਅਮਾਉਂਟਸ ਨੇ ਇਹ ਸਕੇਅਰਸ ਨੇ ਇਕਨੋਮੀ ਦੇ ਵਿੱਚ ਸਕੇਅਰਸਿਟੀ ਦਾ ਮਤਲਬ ਹੁੰਦਾ ਹੈ ਕਮੀ ਸੋ ਕਹਿੰਦੇ ਇੱਕ ਲਿਮਿਟਿਡ ਰਿਸੋਰਸਿਸ ਨੇ ਜੋ ਵੀ ਉਹ ਇੱਕ ਆਪਣੇ ਕੋਲ ਲਿਮਿਟਿਡ ਅਮਾਉਂਟ ਦੇ ਨੇ ਆਪਾਂ ਨੇ ਇਕਨੋਮਿਕਸ ਦੀ ਪੜ੍ਹਾਈ 'ਚ ਇਹ ਦੇਖਣਾ ਵੀ ਕਿਵੇਂ ਇੱਕ ਦੇਸ਼ ਦੇ ਸੋਸਾਇਟੀ ਦੇ ਰਿਸੋਰਸਿਸ ਨੂੰ ਆਪਾਂ ਨੇ ਸਹੀ ਤਰੀਕੇ ਦੇ ਨਾਲ ਵਰਤਣਾ ਹੈ ਸੋ ਜਿਹੜੀ ਚੋਇਸ ਹੈ ਹੁਣ ਆਪਣੀ ਇੱਛਾਵਾਂ ਦਾ ਬਹੁਤ ਅਲੱਗ-ਅਲੱਗ ਤਰ੍ਹਾਂ ਦੀ ਹੁੰਦੀਆਂ ਨੇ ਸਾਰੀਆਂ ਤਾਂ ਪੂਰੀਆਂ ਨਹੀਂ ਹੋ ਸਕਦੀਆਂ ਸੋ ਆਪਾਂ ਨੇ ਕਿਸ ਚੀਜ਼ ਨੂੰ ਕਿਹੜੀ ਨੀਡ ਨੂੰ ਕਿਹੜੀ ਡਿਮਾਂਡ ਨੂੰ ਪਹਿਲ ਦੇਣੀ ਹੈ ਇਸ ਚੀਜ਼ ਨੂੰ ਡਿਮਾਂਡ ਸਪਲਾਈ ਨੀਡਸ ਵਾਂਟਸ ਪ੍ਰੋਬਲਮ ਆਫ ਚੋਇਸ ਰਿਸੋਰਸ ਯੂਜ਼ ਇਹ ਸਾਰੀਆਂ ਚੀਜ਼ਾਂ ਦੀ ਪੜ੍ਹਾਈ ਨੂੰ ਆਪਾਂ ਇਕਨੋਮਿਕਸ ਕਹਿੰਦੇ ਆ ਆਈ ਹੋਪ ਤੁਹਾਨੂੰ ਬੇਸਿਕ ਇਕਨੋਮਿਕ ਦਾ ਮੀਨਿੰਗ ਸਮਝ ਆ ਗਿਆ ਹੋ ਤੇ ਇਕਨੋਮਿਕ ਜਿਹੜਾ ਸਬਜੈਕਟ ਹੈ ਇਹ ਦੋ ਹੈਡਸ ਦੇ ਵਿੱਚ ਆਪਾਂ ਪੜ੍ਹਦੇ ਆ माइक्रो एंड मैक्रो सो माइक्रो वर्ड का ही मतलब है छोटा मैक्रो मीनस वड्डे लैवल का सो जदों आपां इंडिविजुअल डिमांड सप्लाई की गल करिए तो आपां माइक्रो इकनॉमिक्स पढ़ते हैं जदों आपां ओवरऑल एक पूरे देश की आर्थिक हालत की पढ़ाई करिए एक पूरी सोसाइटी की कम्यूनिटी की तो आपां उहनूं मैक्रो के अंदर लैके आउंदे हां सो जिहड़ा अपना अज का कंसैप्ट है नैशनल इनकम का नैशनल इनकम मीनस पूरे देश की इनकम ਉਹ ਚੀਜ਼ ਆਪਾਂ ਮੈਕਰੋ ਇਕਨੋਮਿਕ ਦੇ ਅੰਦਰ ਪੜ੍ਹਦੇ ਆ ਤੁਹਾਨੂੰ ਇਹ ਚੀਜ਼ ਯਾਦ ਹੋਣੀ ਚਾਹੀਦੀ ਹੈ ਤੁਹਾਨੂੰ ਡਿਫਰੈਂਸ ਪਤਾ ਹੋਣਾ ਚਾਹੀਦਾ ਹੈ ਵੀ ਨੈਸ਼ਨਲ ਇਨਕਮ ਮੈਕਰੋ ਇਕਨੋਮਿਕਸ ਦਾ ਕਿਉਂ ਪਾਰਟ ਹੈ ਫਿਰ ਕਹਿੰਦੇ ਇਕਨੋਮਿਕਸ ਨੂੰ ਲੈ ਕੇ ਸਭ ਤੋਂ ਪਹਿਲਾਂ ਸਭ ਤੋਂ ਪਪੂਲਰ ਕੰਮ ਐਡਮ ਸਮਿਥ ਨਾਮ ਦੇ ਇੱਕ ਸਕਾਟਿਸ਼ ਇਕਨੋਮਿਸਟ ਨੇ ਕੀਤਾ ਸੀ ਸੋ ਇਹ ਨਾਮ ਬਹੁਤ ਇੰਪੋਰਟੈਂਟ ਹੈ ਤੇ ਜਿਹੜਾ ਇਹਨਾਂ ਦਾ ਕੰਮ ਹੈ ਇਸ ਚੀਜ਼ ਦਾ ਨਾਮ ਐਗਜ਼ਾਮ ਦੇ ਵਿੱਚ ਬਹੁਤ ਵਾਰੀ ਪੁੱਛਿਆ ਜਾਂਦਾ ਹੈ ਸੋ ਐਡਮ ਸਮਿਥ ਨੇ ਇੱਕ ਆਪਣਾ ਫੇਮਸ ਵਰਕ ਪਬਲਿਸ਼ ਕੀਤਾ ਸੀ ਉਹਦਾ ਨਾਮ ਸੀ ਦ ਵੈਲਥ ਆਫ ਨੇਸ਼ਨ 1776 ਦੇ ਵਿੱਚ ਇਹਦੇ ਵਿੱਚ ਉਹਨਾਂ ਨੇ ਪਹਿਲੀ ਵਾਰੀ ਦੱਸਿਆ ਸੀ ਵੀ ਇਕਨੋਮੀ ਹੈ ਕੀ ਸੋ ਉਹਨਾਂ ਨੇ ਕਿਹਾ ਸੀ
कि इकोनॉमी इज एन इंक्वायरी इनटू द फैक्टर्स दैट डिटरमाइन द वेल्थ ऑफ अ कंट्री। कहंदे एक देश दी जो भी कमाई है ਉਹਦੀ ਵੈਲਥ ਹੈ ਉਹਨੂੰ ਮਾਪਣ ਦੇ ਲਈ ਡਿਟਰਮਾਈਨ ਕਰਨ ਦੇ ਲਈ ਜੋ ਵੀ ਫੈਕਟਰਸ ਦੇ ਵੱਲ ਆਪਾਂ ਇਨਕੁਆਇਰੀ ਕਰਦੇ ਆ ਉਹਨਾਂ ਵੱਲ ਦੇਖਦੇ ਆ ਉਹ ਸਾਰੇ ਫੈਕਟਰਸ ਨੂੰ ਆਪਾਂ ਇਕਨੋਮਿਕਸ ਕਹਿੰਦੇ ਆ ਸਿੰਪਲ। ਸੋ ਤਿੰਨ ਤਰ੍ਹਾਂ ਦੀ ਇਕਨੋਮੀ ਹੈ। देयर आर 3 टाइप्स ऑफ इकोनॉमी, कैपिटलिस्ट, सोशलिस्ट, मिक्स्ड। सो कैपिटलिस्ट ਨੂੰ ਆਪਾਂ ਮਾਰਕੀਟ ਇਕਨੋਮੀ ਵੀ ਕਹਿੰਦੇ ਆ। ਤੁਸੀਂ ਇਹ ਨਾਮ ਬਹੁਤ ਚੰਗੀ ਤਰ੍ਹਾਂ ਯਾਦ ਰੱਖਣਾ ਹੈ कि मार्केट इकोनॉमी किस इकोनॉमी का अदर नेम है। सो इट इज द अदर नेम ऑफ कैपिटलिस्ट इकोनॉमी। सो सिंपल बहुत इजी डिफरेंशिएशन है। कैपिटलिस्ट का मतलब है जिथे सारा काम इकोनॉमी का एक प्राइवेट बंदा देखे। वो प्राइवेट इंडिविजुअल हो सकता है, प्राइवेट ऑर्गेनाइजेशन हो सकती है, प्राइवेट कंपनी हो सकती है। सो जिथे सिर्फ और सिर्फ प्राइवेट लोगों का कंट्रोल होवे सारी प्रोडक्शन दे उत्ते, जो बनाना जो बेचना सारा दा सारा डिसीजन लवे प्राइवेट। सोशलिस्ट हुंदी है जिथे गवर्नमेंट दे हत्थ विच होवे सारा कुछ, सब कुछ सेंट्रली प्लान्ड होवे। मतलब कि जिहड़ी अपनी असली सरकार है, एक देश दी सेंट्रल सरकार है, ਉਹ ਜਦੋਂ प्लानिंग करे इकोनॉमी नूं लैके, ਜਦੋਂ सारे मीनस ऑफ प्रोडक्शन सरकार दे हत्थ च होण, सरकार मालिक होवे, उस चीज़ नूं आपां कहने आ सोशलिस्ट इकोनॉमी। फिर आउंदी है मिक्स्ड। ये बहुत इंपॉर्टेंट है क्योंकि मिक्स्ड इकोनॉमी कैपिटलिस्ट ते सोशलिस्ट दोनों नूं जोड़ के बनती है। ਇਹਦੇ ਵਿੱਚ ਕੀ ਹੁੰਦਾ कि कुछ चीज़ां प्राइवेट देखती है, कुछ चीज़ां पब्लिक गवर्नमेंट देखती है। सो मिक्स्ड इकोनॉमी की बेस्ट एग्जांपल आ इंडियन इकोनॉमी। सो ये तुसी याद रखना है कि अपनी देश की भारत की इकोनॉमी मिक्स्ड इकोनॉमी है। उरे प्राइवेट ते पब्लिक गवर्नमेंट ते प्राइवेट दोनों मिल के काम कर रहे हैं। सो कैपिटलिस्ट ते सोशलिस्ट का एक वड्डा डिफरेंस ये आ भी जिहड़ी कैपिटलिस्ट इकोनॉमी है ਉਹਦਾ सिर्फ ਜਿਹੜਾ एम आ वो हैगा प्रॉफिट, मुनाफा कमाना। पर जिहड़े सोशलिस्ट इकोनॉमी है ਉਹਦਾ मेन मकसद है कि ਆਪਾਂ ਨੇ ਲੋਕਾਂ ਦੀ ਭਲਾਈ ਲਈ ਸਟੈਪਸ ਲੈਣੇ ਨੇ, सोशल वेलफेयर। सो हुण आपां स्टार्ट करदे आ अपना असली टॉपिक कि नैशनल इनकम की है, ਉਹਦਾ कंसैप्ट की है। सो नैशनल इनकम आपां ने इस डेफिनेशन का एक वर्ड समझना है। सो नैशनल का मतलब है अपना देश दे लेवल का। सो उरे तुसी समझ लो देश। इनकम का मतलब है कमाई। सो एक देश नू टोटल कुल कितनी कमाई हो रही है विद इन द नेशन, मतलब उरे आपां कोई इंटरनेशनल चीज नू इंक्लूड नहीं कर रहे, सिर्फ आपां ये देख रहे हैं कि अपने देश च कितना पैसा इस टाइम हैगा एक साल दे विच, उस चीज नू आपां नैशनल इनकम कहने आ। ते जेड़ा यह पैसा ये जो भी आपां गुड्स प्रोड्यूस कर रहे हैं या जो सर्विसेज दे रहे हैं, सो एक गुड्स एंड सर्विसेज दोनों चीज़ों की कमाई नू मिला के जो एक साल की कमाई निकलती है एक देश की, ਉਹਨੂੰ ਆਪਾਂ ਕਹਿੰਦੇ ਆ ਨੈਸ਼ਨਲ ਇਨਕਮ ਸਿੰਪਲੀ। ਤੇ ਨੈਸ਼ਨਲ ਇਨਕਮ ਜਦੋਂ ਆਪਾਂ ਕੈਲਕੂਲੇਟ ਕਰਨੀ ਹੈ ਤਾਂ ਇਹਦੇ ਵਿੱਚ ਕੁਝ ਫੈਕਟਰ ਇਨਕਮ ਆਉਂਦੀ ਹੈ ਜਿਹਦਾ ਆਪਾਂ ਨੇ ਟੋਟਲ ਦੇਖਣਾ। ਸੋ ਇਹ ਐਗਜ਼ਾਮ ਦੇ ਵਿੱਚ ਬਹੁਤ ਵਾਰੀ ਕੁਐਸਚਨ ਆਇਆ, ਚਾਹੇ ਤਾਂ ਤੁਹਾਨੂੰ ਮੈਚ ਦੀ ਫੋਲੋਇੰਗ ਟਾਈਪ ਚ ਆ ਜਾਵੇ ਜਾਂ ਫਿਰ ਆ ਜਾਵੇ ਕਰੈਕਟ ਤੁਸੀਂ ਦੇਖਣਾ ਕਿ ਕੌਣ ਮੈਚ ਕਰ ਰਿਹਾ ਹੈ, ਜਾਂ ਫਿਰ ਤੁਹਾਨੂੰ ਸਿੰਪਲੀ ਆ ਜਾਵੇ ਕਿ ਵੇਜਿਸ ਦਾ ਫੈਕਟਰ ਆਫ ਪ੍ਰੋਡਕਸ਼ਨ ਕੀ ਹੈ। ਸੋ ਹੁਣ ਆਪਾਂ ਨੇ ਧਿਆਨ ਦੇ ਨਾਲ ਸਮਝਣਾ ਹੈ ਕਿ ਜਦੋਂ ਵੀ ਆਪਾਂ ਨੈਸ਼ਨਲ ਇਨਕਮ ਦੇਖਦੇ ਹਾਂ ਤਾਂ ਉਹਦੇ 'ਚ ਆਪਾਂ ਇਹ ਦੇਖਦੇ ਹਾਂ ਵੀ ਜੋ ਵੀ ਗੁੱਡਸ ਐਂਡ ਸਰਵਿਸਿਜ਼ ਪ੍ਰੋਡਿਊਸ ਹੋਈਆਂ ਨੇ ਉਹਨਾਂ ਤੋਂ ਟੋਟਲ ਕਿੰਨਾ ਪ੍ਰੋਫਿਟ ਆਇਆ, ਕਿੰਨਾ ਇੰਟਰਸਟ ਆਇਆ, ਕਿੰਨੀਆਂ ਵੇਜਿਸ ਆਈਆਂ ਨੇ। ਸੋ ਇਹ ਸਭ ਕੁਝ ਦਾ ਜਿਹੜਾ ਜੋੜ ਹੈ, ਇਹ ਸਾਰੀਆਂ ਚਾਰ ਮੇਨ ਚੀਜ਼ਾਂ ਦਾ ਜੋੜ ਹੈ, ਉਹਨੂੰ ਆਪਾਂ ਫੈਕਟਰ ਇਨਕਮ ਦਾ ਨਾਮ ਦਿੱਤਾ ਹੈ। ਸੋ ਇਕਨੋਮੀ ਦੇ ਅੰਦਰ ਫੈਕਟਰ ਇਨਕਮ ਹੈ ਜਿਹੜੀ ਇਹ ਚਾਰ ਤਰ੍ਹਾਂ ਦੀਆਂ ਚੀਜ਼ਾਂ ਨੂੰ ਪ੍ਰੋਡਿਊਸ ਕਰਕੇ ਨਿਕਲਦੀ ਹੈ। ਸੋ ਤੁਸੀਂ ਇਹ ਚੀਜ਼ ਯਾਦ ਰੱਖਣੀ ਹੈ कि ਜਦੋਂ ਆਪਾਂ ਨੇ ਨੈਸ਼ਨਲ ਇਨਕਮ ਕੈਲਕੂਲੇਟ ਕਰਨੀ ਹੈ ਤਾਂ ਉਹਦੇ ਵਿੱਚ ਸਭ ਤੋਂ ਪਹਿਲੀ ਚੀਜ਼ ਆਪਾਂ ਲੈ ਕੇ ਆਉਂਦੇ ਆ ਫੈਕਟਰ ਇਨਕਮ। ਤੇ ਜਿਹੜੀ ਫੈਕਟਰ ਇਨਕਮ ਹੈ ਇਹ ਚਾਰ ਚੀਜ਼ਾਂ ਚੋਂ ਨਿਕਲਦੀ ਹੈ। ਸੋ ਉਹ ਚਾਰ ਚੀਜ਼ਾਂ ਨੇ ਲੇਬਰ, ਕੈਪੀਟਲ, ਲੈਂਡ, ਐਂਟਰਪ੍ਰੈਨਿਓਰਸ਼ਿਪ। ਕਿਤੇ ਲੇਬਰ ਕੰਮ ਕਰ ਰਹੀ ਹੈ, ਉਹ ਕਿੰਨੀਆਂ ਵੇਜਿਸ ਲੈ ਰਹੀ ਹੈ ਲੇਬਰ, ਉਸ ਚੀਜ਼ ਨੂੰ ਆਪਾਂ ਕੈਲਕੂਲੇਟ ਕਰਦੇ ਹਾਂ। ਫਿਰ ਕੈਪੀਟਲ, ਕਿਤੇ ਕੋਈ ਇਨਵੈਸਟਮੈਂਟ ਹੋਈ ਹੈ ਉੱਥੋਂ ਕਿੰਨਾ ਇੰਟਰਸਟ ਆ ਰਿਹਾ, ਵਿਆਜ ਆ ਰਿਹਾ। फिर कोई लैंड है, कोई प्रॉपर्टी है, ਉਹਦੇ ਤੋਂ ਕਿੰਨਾ ਰੈਂਟ ਕਿਰਾਇਆ ਆ ਰਿਹਾ। ਫਿਰ ਕੋਈ ਹੋਰ ਬਿਜ਼ਨਸ ਐਂਟਰਪ੍ਰੈਨਿਓਰਸ਼ਿਪ ਹੈ, ਉਹਦੇ ਤੋਂ ਆਪਾਂ ਨੂੰ ਕਿੰਨਾ ਮੁਨਾਫਾ ਆ ਰਿਹਾ। ਸੋ ਜਿਹੜੀਆਂ ਚਾਰ ਚੀਜ਼ਾਂ ਨੇ ਇਹ ਚਾਰੋਂ ਮਿਲ ਕੇ ਫੈਕਟਰ ਇਨਕਮ ਬਣਾਉਂਦੀ ਹੈ
ਤੇ ਫੈਕਟਰ ਇਨਕਮ ਨੈਸ਼ਨਲ ਇਨਕਮ ਦਾ ਇੱਕ ਬਹੁਤ ਵੱਡਾ ਮੇਜਰ ਹਿੱਸਾ ਹੈ। ਸੋ ਇਹ ਆਪਾਂ ਨੇ ਕਨਸੈਪਟ ਨੂੰ ਯਾਦ ਰੱਖਣਾ ਹੈ। ਤੇ ਤੁਹਾਨੂੰ ਪੇਪਰ ਦੇ ਲਈ ਇਹ ਪਤਾ ਹੋਣਾ ਚਾਹੀਦਾ ਹੈ ਵੀ ਲੇਬਰ ਵੇਜਿਸ ਲੈਂਦੀ ਹੈ, ਕੈਪੀਟਲ ਇੰਟਰਸਟ, ਲੈਂਡ ਤੋਂ ਆਪਾਂ ਨੂੰ ਰੈਂਟ ਆਉਂਦਾ ਤੇ ਐਂਟਰਪ੍ਰੈਨਿਓਰਸ਼ਿਪ ਤੋਂ ਪ੍ਰੋਫਿਟ ਆਉਂਦਾ। ਸੋ ਤੁਸੀਂ ਕੈਪੀਟਲ ਤੇ ਐਂਟਰਪ੍ਰੈਨਿਓਰਸ਼ਿਪ ਵਾਲਾ ਡਿਫਰੈਂਸ ਧਿਆਨ ਦੇ ਨਾਲ ਪੜ੍ਹਨਾ ਹੈ ਕਿਉਂਕਿ ਮੋਸਟਲੀ ਸਟੂਡੈਂਟਸ ਇਹਨਾਂ ਦੇ ਵਿੱਚ ਹੀ ਕਨਫਿਊਜ਼ ਹੁੰਦੇ ਨੇ। ਸੋ ਜਦੋਂ ਆਪਾਂ ਨੇ ਉਹ ਨੈਸ਼ਨਲ ਇਨਕਮ ਦੇਖ ਲਈ, ਆਪਣੇ ਦੇਸ਼ 'ਚ ਕਿੰਨੀ ਕਮਾਈ ਹੋ ਰਹੀ ਹੈ, ਤਾਂ ਇਹਨੂੰ ਆਪਾਂ ਚਾਰ ਚੀਜ਼ਾਂ ਦੇ ਨਾਲ ਪੜ੍ਹਦੇ ਹਾਂ। ਸੋ ਚਾਰ ਮੇਨ ਕਨਸੈਪਟ ਨੇ ਇਹਦੇ। ਪਹਿਲਾ ਹੈਗਾ GDP, ਗ੍ਰੋਸ ਡੋਮੈਸਟਿਕ ਪ੍ਰੋਡਕਟ। ਸੋ ਕਹਿੰਦੇ GDP ਦਾ ਮਤਲਬ ਹੈ, ਤੁਸੀਂ ਉਹਦੇ ਡੋਮੈਸਟਿਕ ਤੋਂ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਸਿਰਫ ਔਰ ਸਿਰਫ ਆਪਣੇ ਦੇਸ਼ ਵਿਦਿਨ ਇੰਡੀਆ, ਵਿਦਿਨ ਆਰ ਕੰਟਰੀ ਦੀ ਗੱਲ ਹੋ ਰਹੀ ਹੈ। ਉਰੇ ਕੋਈ ਆਪਾਂ ਇੰਟਰਨੈਸ਼ਨਲ ਚੀਜ਼ ਨੂੰ ਵਿੱਚ ਨਹੀਂ ਲੈ ਕੇ ਆ ਰਹੇ। ਸੋ ਗ੍ਰੋਸ ਡੋਮੈਸਟਿਕ ਦਾ ਸਿੱਧਾ ਜਿਹਾ ਮਤਲਬ ਹੈ ਕਿ ਟੋਟਲ ਜਿੰਨੇ ਇੱਕ ਸਾਲ ਦੇ ਵਿੱਚ ਇੱਕ ਕੰਟਰੀ 'ਚ ਗੁੱਡਸ ਤੇ ਸਰਵਿਸਿਜ਼ ਪ੍ਰੋਡਿਊਸ ਹੋ ਰਹੀਆਂ ਨੇ, ਉਹਨਾਂ ਤੋਂ ਜਿੰਨੀ ਵੈਲਿਊ ਆ ਰਹੀ ਹੈ, ਜਿੰਨੀ ਕਮਾਈ ਆ ਰਹੀ ਹੈ, ਉਹ GDP ਹੈ। ਸੋ GDP ਕੀ ਹੈ? ਟੋਟਲ ਮਾਰਕੀਟ ਵੈਲਿਊ of final goods and services produced within the country during a year। ਬਹੁਤ ਜ਼ਿਆਦਾ ਇੰਪੋਰਟੈਂਟ ਡੈਫੀਨੇਸ਼ਨ ਹੈ। ਐਗਜ਼ਾਮ ਦੇ ਵਿੱਚ GDP ਬਾਰੇ ਕੁਐਸਚਨ ਆਉਣ ਦੇ 99% ਚਾਂਸਸ ਹੈ। ਤੇ ਜਿਹੜੀ GDP ਹੈ, ਇਹਨੂੰ ਆਪਾਂ ਮਾਰਕੀਟ ਪ੍ਰਾਈਸ, ਜੋ ਆਪਣਾ ਅਸਲੀ ਮਾਰਕੀਟ ਦੇ ਵਿੱਚ ਰੇਟ ਚੱਲ ਰਿਹਾ ਉਹਦੇ ਮੁਤਾਬਿਕ ਕੈਲਕੂਲੇਟ ਕਰਦੇ ਆ। ਇਸੇ ਲਈ ਇਹਨੂੰ ਆਪਾਂ GDP at ਮਾਰਕੀਟ ਪ੍ਰਾਈਸ ਦਾ ਨਾਮ ਦਿੱਤਾ। ਤੇ ਜਦੋਂ ਵੀ ਆਪਾਂ ਨੇ GDP ਨੂੰ ਕੈਲਕੂਲੇਟ ਕਰਨਾ, ਜਿਹੜੇ ਫਾਰਮੂਲੇ ਨੇ ਪੇਪਰ 'ਚ ਕਈ ਵਾਰੀ ਐਜ਼ ਇਟ ਇਜ਼ ਇਹ ਫਾਰਮੂਲੇ ਵੀ ਪੁੱਛੇ ਜਾਂਦੇ ਨੇ। ਸੋ ਇਹਨਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਸੋ ਜਦੋਂ ਆਪਾਂ ਇਕਨੋਮਿਕ ਸਬਜੈਕਟ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਕੁਝ ਐਲਫਾਬੈਟਸ ਦਿੱਤੇ ਹੋਏ ਨੇ ਤੇ ਉਹ ਐਲਫਾਬੈਟਸ ਦਾ ਕੁਝ ਮਤਲਬ ਹੈ। ਸੋ ਜਿਵੇਂ ਉਹਨੇ ਦੱਸਿਆ ਹੋਇਆ C ਦਾ ਮਤਲਬ ਹੈ ਕਿੰਨੀਆਂ ਗੁੱਡਸ ਕੰਜ਼ਿਊਮ ਹੋਈਆਂ। I ਦਾ ਮਤਲਬ ਹੈ ਕਿੰਨੀਆਂ ਗੁੱਡਸ 'ਚ ਇਨਵੈਸਟਮੈਂਟ ਕੀਤੀ। G ਦਾ ਮਤਲਬ ਹੈ ਗਵਰਨਮੈਂਟ ਨੇ ਕਿੰਨੀ, ਸਰਕਾਰ ਨੇ ਕਿੰਨੀ ਖਰੀਦਦਾਰੀ ਕੀਤੀ। X ਦਾ ਮਤਲਬ ਹੈ ਇੰਡੀਆ ਤੋਂ ਬਾਹਰ ਦੂਜੇ ਦੇਸ਼ 'ਚ ਕਿੰਨੀਆਂ ਗੁੱਡਸ ਐਂਡ ਸਰਵਿਸਿਜ਼ ਗਈਆਂ, ਆਪਾਂ ਨੇ ਬਾਹਰ ਐਕਸਪੋਰਟ ਕਿੰਨੀ ਕੀਤੀ। M ਦਾ ਮਤਲਬ ਹੈ ਬਾਹਰੋਂ ਇੰਡੀਆ 'ਚ ਆਪਾਂ ਨੂੰ ਕਿੰਨਾ ਸਮਾਨ ਮੰਗਵਾਉਣਾ ਪਿਆ, ਇੰਪੋਰਟ। X ਮਾਈਨਸ M ਦਾ ਮਤਲਬ ਹੈ ਐਕਸਪੋਰਟ ਮਾਈਨਸ ਇੰਪੋਰਟ, ਮਤਲਬ ਕਿ ਨੈਟ ਐਕਸਪੋਰਟ। ਇਹ ਪੋਜ਼ਿਟਿਵ ਵੀ ਹੋ ਸਕਦੀ ਹੈ, ਨੈਗੇਟਿਵ ਵੀ ਹੋ ਸਕਦੀ ਹੈ। ਇਹ ਪੋਜ਼ਿਟਿਵ ਕਦੋਂ ਹੋਊ? ਜਦੋਂ ਆਪਾਂ ਬਾਹਰ ਜ਼ਿਆਦਾ ਸਮਾਨ ਭੇਜਾਂਗੇ, ਉਧਰੋਂ ਇੱਧਰ ਘੱਟ ਮੰਗਾਵਾਂਗੇ। ਤੇ ਨੈਗੇਟਿਵ ਹੋਊ ਜਦੋਂ ਆਪਾਂ ਬਾਹਰੋਂ ਜ਼ਿਆਦਾ ਸਮਾਨ ਲੈ ਲਿਆ, ਆਪਣਾ ਖਰਚਾ ਵੱਧ ਗਿਆ ਤੇ ਇੰਡੀਆ 'ਚੋਂ ਆਪਾਂ ਨੇ ਘੱਟ ਸਮਾਨ ਬਾਹਰ ਭੇਜਿਆ। ਸੋ ਜਦੋਂ ਇੰਪੋਰਟ ਜ਼ਿਆਦਾ ਹੋਵੇ ਐਕਸਪੋਰਟ ਤੋਂ, ਉਦੋਂ ਨੈਗੇਟਿਵ ਹੁੰਦੀ ਹੈ ਨੈਟ ਐਕਸਪੋਰਟ। ਜਦੋਂ ਐਕਸਪੋਰਟ ਜ਼ਿਆਦਾ ਹੈ ਇੰਪੋਰਟ ਤੋਂ, ਉਦੋਂ ਪੋਜ਼ਿਟਿਵ ਹੁੰਦੀ ਹੈ। ਸੋ ਇਹ ਚੀਜ਼ ਆਪਣੀ ਇੱਕ ਇਕਨੋਮੀ ਲਈ ਫਾਇਦੇਮੰਦ ਚੀਜ਼ ਹੈ ਕਿ ਆਪਾਂ ਜ਼ਿਆਦਾ ਸਮਾਨ ਇੰਡੀਆ ਦਾ ਬਣਾਇਆ ਹੋਇਆ ਬਾਹਰ ਭੇਜ ਰਹੇ ਹਾਂ। ਸੋ ਹੁਣ ਜਦੋਂ ਆਪਾਂ ਨੇ GDP ਕੈਲਕੂਲੇਟ ਕਰਨੀ ਹੈ ਤਾਂ ਉਹਦੇ ਵਿੱਚ ਆਪਾਂ ਨੇ ਕਿਹੜੀਆਂ ਚੀਜ਼ਾਂ ਨੂੰ ਲੈ ਕੇ ਆਉਣਾ। ਸੋ ਇਹਦੇ 'ਚ ਆਪਾਂ ਨੇ ਕੰਜ਼ੰਪਸ਼ਨ ਗੁੱਡਸ, ਇਨਵੈਸਟਮੈਂਟ ਗੁੱਡਸ, ਸਰਕਾਰ ਨੇ ਕਿੰਨੀ ਖਰੀਦਦਾਰੀ ਕੀਤੀ ਤੇ ਨੈਟ ਐਕਸਪੋਰਟ, ਚਾਹੇ ਪੋਜ਼ਿਟਿਵ ਹੈ ਚਾਹੇ ਉਹ ਨੈਗੇਟਿਵ ਹੈ। ਸੋ ਇਹ ਫਾਰਮੂਲਾ ਨਿਕਲ ਕੇ ਆਉਂਦਾ ਜਦੋਂ ਆਪਾਂ GDP ਨੂੰ ਕੈਲਕੂਲੇਟ ਕਰਦੇ ਹਾਂ। ਸੋ ਉਸ ਤੋਂ ਬਾਅਦ ਆਉਂਦਾ NDP। NDP ਕੁਛ ਨਹੀਂ ਹੈ, ਨੈਟ ਮਤਲਬ ਆਪਾਂ ਨੇ ਗ੍ਰੋਸ ਚੋਂ ਕੁਝ ਕੱਢਤਾ। ਹੁਣ ਉਹ ਗ੍ਰੋਸ ਚੋਂ ਟੋਟਲ ਚੋਂ ਕੀ ਕੱਢਿਆ, ਜਿੰਨੀ ਵੀ ਪਿਛਲੇ ਸਾਲ ਦੇ ਵਿੱਚ, ਕੋਈ ਇੱਕ ਸਾਲ ਦੇ ਵਿੱਚ ਆਪਾਂ ਨੇ ਮਸ਼ੀਨਰੀ ਲਗਾਈ ਹੋਈ ਸੀ। ਹੁਣ ਉੱਥੇ ਤਾਂ ਆਪਾਂ ਨੇ ਗੱਲ ਕਰ ਲਈ ਵੀ ਆਪਾਂ ਨੂੰ ਕਿੰਨੀ ਕਮਾਈ ਹੋਈ ਹੈ ਗੁੱਡਸ ਐਂਡ ਸਰਵਿਸਿਜ਼ ਚੋਂ। ਆਪਾਂ ਨੂੰ ਕਿਤੇ ਨਾ ਕਿਤੇ ਥੋੜਾ ਬਹੁਤ ਨੁਕਸਾਨ ਵੀ ਤਾਂ ਹੋਇਆ ਹੋਊਗਾ। ਜਿਵੇਂ ਕੋਈ ਮਸ਼ੀਨਰੀ ਲਗਾਈ ਹੈ, ਉਹਦੀ ਕੋਈ ਰਿਪੇਅਰ ਕਰਨੀ ਪੈਗੀ, ਉਹ ਮਸ਼ੀਨਰੀ ਪੁਰਾਣੀ ਹੋ ਗਈ, ਬਦਲਣੀ ਪੈਗੀ। ਸੋ ਉਹ ਚੀਜ਼ਾਂ ਦਾ ਜਿਹੜਾ ਖਰਚਾ ਹੈ ਉਹਨੂੰ ਆਪਾਂ ਡੈਪਰੀਸੀਏਸ਼ਨ ਕਹਿੰਦੇ ਆ। ਇਕਨੋਮਿਕਸ ਦੀ ਭਾਸ਼ਾ ਦੇ ਵਿੱਚ ਆਪਾਂ ਉਸ ਚੀਜ਼ ਨੂੰ ਡੈਪਰੀਸੀਏਸ਼ਨ ਕਹਿੰਦੇ ਆ, ਜੋ ਵੀ ਖਰਚਾ ਇੱਕ ਮਸ਼ੀਨਰੀ ਨੂੰ ਬਦਲਣ ਦੇ ਉੱਤੇ ਜਾਂ ਉਹਦੀ ਟੈਕਨੋਲੋਜੀ ਨੂੰ ਅਪਗ੍ਰੇਡ ਕਰਨ ਦੇ ਲਈ ਆਉਂਦਾ। So some of the countries' capital equipment wear out or become outdated each year during the production process। So ਜਦੋਂ ਆਪਾਂ GDP ਚੋਂ ਟੋਟਲ ਮਾਰਕੀਟ ਵੈਲਿਊ ਜਿਹੜੀ ਆਈ ਹੈ ਫਾਈਨਲ ਗੁੱਡਸ ਐਂਡ ਸਰਵਿਸਿਜ਼ ਦੀ, ਉਹਦੇ ਚੋਂ ਡੈਪਰੀਸੀਏਸ਼ਨ, ਜੋ ਵੀ ਖਰਚਾ ਹੋਇਆ ਮਸ਼ੀਨਰੀ ਨੂੰ ਠੀਕ ਕਰਨ ਦੇ ਲਈ, ਉਹ ਕੱਢ ਦਈਏ ਤਾਂ ਆਪਣੇ ਕੋਲ ਨੈਟ ਡੋਮੈਸਟਿਕ ਪ੍ਰੋਡਕਟ ਆਉਂਦਾ। ਸੋ ਨੈਟ ਦਾ ਸਿੰਪਲ ਮਤਲਬ ਹੈ GDP ਮਾਈਨਸ ਡੈਪਰੀਸੀਏਸ਼ਨ। So third important concept is GNP, gross national product। ਫਿਰ ਇਹ ਦੁਬਾਰਾ gross ਦਾ ਮਤਲਬ ਆ ਜਾਂਦਾ ਹੈ total। So total national product ਕਿੰਨਾ ਹੈ? ਪਹਿਲਾਂ ਆਪਾਂ ਨੇ ਕੀਤੀ ਸੀ ਗੱਲ domestic ਦੀ ਕਿ ਇੰਡੀਆ ਦੇ ਅੰਦਰ। ਸੋ ਉਰੇ ਇੱਕ ਨਵੀਂ ਚੀਜ਼ ਐਡ ਹੋ ਜਾਂਦੀ ਹੈ ਕਿ ਜੋ ਇੰਡੀਆ ਦੇ ਲੋਕ
ਇੰਡੀਆ ਦੇ ਨੈਸ਼ਨਲ ਮਤਲਬ ਇੰਡੀਆ ਦੇ ਵਸਨੀਕ ਉਰੋਂ ਦੇ ਰਹਿਣ ਵਾਲੇ ਲੋਕ ਬਾਹਰ ਕਮਾਈ ਕਰ ਰਹੇ ਨੇ। ਸੋ ਬਾਹਰੋਂ ਜਿੰਨਾ ਇੰਡੀਆ 'ਚ ਪੈਸਾ ਆ ਰਿਹਾ ਉਹ ਚੀਜ਼ ਨੂੰ ਜਦੋਂ ਆਪਾਂ ਜੀਡੀਪੀ ਦੇ ਵਿੱਚ ਐਡ ਕਰ ਦਈਏ ਤਾਂ ਆਪਣੇ ਕੋਲ ਜੀਐਨਪੀ ਆ ਜਾਂਦਾ ਹੈ। ਸੋ ਉਰੇ ਕੁਛ ਨਹੀਂ ਬਦਲਿਆ, ਉਰੇ ਸਿਰਫ ਡੋਮੈਸਟਿਕ ਨੂੰ ਬਦਲ ਕੇ ਆਪਾਂ ਨੇ ਨੈਸ਼ਨਲ ਲੈ ਆਂਦਾ। ਤੇ ਇਹ ਨੈਸ਼ਨਲ ਦੇ ਵਿੱਚ ਮਤਲਬ ਡੋਮੈਸਟਿਕ ਦਾ ਮਤਲਬ ਕਿ ਸਿਰਫ ਇੰਡੀਆ ਦੇ ਲੋਕ ਇੰਡੀਆ ਦੇ ਅੰਦਰ ਕਿੰਨੀ ਕਮਾਈ ਕਰ ਰਹੇ ਨੇ। ਨੈਸ਼ਨਲ ਦਾ ਮਤਲਬ ਕਿ ਡੋਮੈਸਟਿਕ ਪਲੱਸ ਜੋ ਵੀ ਇੰਡੀਆ ਦੇ ਲੋਕ ਉਹ ਹੈਗੇ ਇਸ ਟਾਈਮ ਇੰਡੀਆ ਦੇ ਹੀ ਸਿਟੀਜ਼ਨ ਨੇ, ਕਿਸੇ ਬਾਹਰਲੀ ਕੰਟਰੀ ਦੇ ਉਹ ਕੋਈ ਪੀਆਰ ਜਾਂ ਉਹਨਾਂ ਨੂੰ ਪਰਮਾਨੈਂਟ ਰੈਜ਼ੀਡੈਂਟ ਨਹੀਂ ਬਣ ਗਏ, ਇੰਡੀਆ ਦੇ ਲੋਕ ਨੇ ਬਟ ਟੈਂਪਰੇਰੀ ਬੇਸਿਸ ਤੇ ਬਾਹਰਲੀ ਕਮਾਈ ਆ ਰਹੀ ਹੈ ਉਹਨਾਂ ਨੂੰ, ਜਾਂ ਉਹ ਬਾਹਰ ਕਿਸੇ ਕੰਟਰੀ 'ਚ ਕੰਮ ਕਰ ਰਹੇ ਨੇ ਤੇ ਉਹ ਆਪਣਾ ਪੈਸਾ ਇੰਡੀਆ 'ਚ ਭੇਜ ਰਹੇ ਨੇ। ਸੋ ਜਿਹੜੀ ਵੀ ਨੈਟ ਫੈਕਟਰ ਇਨਕਮ ਬਾਹਰੋਂ ਆ ਰਹੀ ਹੈ ਫੋਰਨ ਤੋਂ ਅਬਰੋਡ ਤੋਂ, ਜਦੋਂ ਆਪਾਂ ਉਹਨੂੰ ਜੀਡੀਪੀ 'ਚ ਐਡ ਕਰ ਦਈਏ ਤਾਂ ਜਿਹੜਾ ਉਰੇ ਜੀਡੀਪੀ ਦਾ ਡੀ ਹੈ ਉਹ ਬਦਲ ਕੇ ਐਨ ਬਣ ਜਾਂਦਾ ਨੈਸ਼ਨਲ। So GNP is the total measure of flow of final goods and services at market price resulting from current production, so current same ਜੋ ਹੋਈ ਹੈ ਦੇਸ਼ ਵਿੱਚ plus including net income from abroad। so ਇਹ ਬਹੁਤ ਇੰਪੋਰਟੈਂਟ ਕਨਸੈਪਟ ਹੈ ਤੇ ਤੁਸੀਂ ਬਹੁਤ ਇਹਨੂੰ ਆਸਾਨੀ ਦੇ ਨਾਲ ਸਮਝ ਸਕਦੇ ਹੋ ਵੀ ਸਿਰਫ ਔਰ ਸਿਰਫ ਇਹਦੇ 'ਚ ਆਪਾਂ ਨੇ ਨਵੀਂ ਚੀਜ਼ ਜੀਡੀਪੀ 'ਚ ਕੀ ਐਡ ਕਰਤੀ, ਬਾਹਰਲੀ ਕਮਾਈ ਜੋ ਇੰਡੀਆ ਦੇ ਲੋਕਾਂ ਨੂੰ ਆ ਰਹੀ ਹੈ। ਸੋ ਉਰੇ ਆਪਾਂ ਨੇ ਇਹ ਯਾਦ ਰੱਖਣਾ ਹੈ ਕਿ ਸਿਰਫ ਔਰ ਸਿਰਫ ਆਪਾਂ ਨੇ ਇੰਡੀਆ ਦੀ ਗੱਲ ਕਰ ਰਹੇ ਹਾਂ, ਇੰਡੀਆ ਦੇ ਲੋਕਾਂ ਦੀ ਗੱਲ ਕਰ ਰਹੇ ਹਾਂ, ਇੰਡੀਆ ਦੀ ਕਮਾਈ ਦੀ। ਸੋ ਉਸ ਤੋਂ ਬਾਅਦ ਆਉਂਦਾ ਹੈ ਐਨਐਨਪੀ, ਸੇਮ ਜਿਵੇਂ ਆਪਾਂ ਨੇ ਪਿੱਛੇ ਜੀਡੀਪੀ ਪੜ੍ਹਿਆ ਸੀ, ਸੋ ਉਸੇ ਤਰ੍ਹਾਂ ਐਨ ਨੈਟ ਫੈਕਟਰ ਮਤਲਬ ਕਿ ਆਪਾਂ ਨੇ ਕੁਝ ਚੀਜ਼ ਚੋਂ ਮਾਈਨਸ ਕਰਤੀ, ਸੇਮ ਜਿਵੇਂ ਪਿੱਛੇ ਜੀਡੀਪੀ ਚੋਂ ਡੈਪਰੀਸੀਏਸ਼ਨ ਮਾਈਨਸ ਕਰਕੇ ਐਨਡੀਪੀ ਨਿਕਲਿਆ ਸੀ, ਉਸੇ ਤਰ੍ਹਾਂ ਜਦੋਂ ਆਪਾਂ ਗ੍ਰੋਸ ਨੈਸ਼ਨਲ ਪ੍ਰੋਡਕਟ ਚੋਂ ਡੈਪਰੀਸੀਏਸ਼ਨ ਮਾਈਨਸ ਕਰ ਦਈਏ ਤਾਂ ਆਪਣੇ ਕੋਲ NNP ਆਉਂਦਾ। ਸੋ ਨੈਟ ਨੈਸ਼ਨਲ ਪ੍ਰੋਡਕਟ ਰੈਫਰਸ ਟੂ ਵੈਲਿਊ ਆਫ ਨੈਟ ਆਊਟਪੁੱਟ ਆਫ ਇਕੋਨਮੀ ਡਿਊਰਿੰਗ ਦ ਈਅਰ ਇਟ ਇਜ਼ obtained। ਇਹ ਕਿਵੇਂ ਨਿਕਲਦਾ, ਇਹਦਾ ਫਾਰਮੂਲਾ ਕੀ ਹੈ, ਡਿਡਕਟਿੰਗ ਮਤਲਬ ਮਾਈਨਸ ਕਰਤੀ ਆਪਾਂ ਨੇ ਜੋ ਵੀ ਡੈਪਰੀਸੀਏਸ਼ਨ ਹੋਈ ਹੈ, ਜਾਂ ਜੇ ਕਿਸੇ ਵੀ ਕੈਪੀਟਲ ਐਸੇਟ ਮਸ਼ੀਨਰੀ ਉਹਨੂੰ ਬਦਲਣ ਦੇ ਲਈ ਰੀਪਲੇਸਮੈਂਟ ਦੇ ਲਈ ਕੋਈ ਖਰਚਾ ਹੋਇਆ। ਸੋ ਸਿੰਪਲ, ਸੋ ਇਹ ਸੀ ਆਪਣੇ ਮੇਨ 4 ਕਨਸੈਪਟ, ਨੈਸ਼ਨਲ ਇਨਕਮ, ਜੀਡੀਪੀ, ਐਨਡੀਪੀ, ਜੀਐਨਪੀ, ਐਨਐਨਪੀ। ਤੁਹਾਨੂੰ ਨੈਸ਼ਨਲ ਇਨਕਮ ਦੇ ਵਿੱਚ ਜੇ ਇਹ 4 ਕਨਸੈਪਟ ਆਉਂਦੇ ਨੇ ਤਾਂ ਮੈਨੂੰ ਲੱਗਦਾ ਕਿ ਪੂਰਾ ਦਾ ਪੂਰਾ ਜਿਹੜਾ ਇਹ ਟੌਪਿਕ ਹੈ ਉਹ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਦੇ ਨਾਲ ਸਮਝ ਆ ਗਿਆ ਹੋ। ਸੋ ਇਹ ਜਿਹੜੇ ਮੇਨ ਚੀਜ਼ਾਂ ਸੀਗੀਆਂ ਇਹ ਆਪਾਂ ਨੇ ਅੱਜ ਦੇਖ ਲਈਆਂ ਤੇ ਨੈਕਸਟ ਟੌਪਿਕ ਦੇ ਵਿੱਚ ਮੈਂ ਤੁਹਾਡੇ ਲਈ ਐਲਪੀਜੀ ਪਾਲਿਸੀ ਲੈ ਕੇ ਆਉਂਗੀ, ਲਿਬਰਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ, ਗਲੋਬਲਾਈਜੇਸ਼ਨ, ਤੇ ਮੈਂ ਟਰਾਈ ਕਰੂੰਗੀ ਕਿ ਨਾਲ ਹੀ ਤੁਹਾਨੂੰ ਥੋੜੇ ਜਿਹੇ ਐਮਸੀਕਿਊ ਵੀ ਦੇ ਦਿਆ ਕਰਾਂ ਜਿਹਦੇ ਨਾਲ ਤੁਹਾਨੂੰ ਇੱਕ ਥਿਊਰੀ ਕਰਨ ਤੋਂ ਬਾਅਦ ਥੋੜੇ ਜਿਹੇ ਜਦੋਂ ਕੁਐਸਚਨਸ ਦੀ ਪ੍ਰੈਕਟਿਸ ਕਰ ਲੈਂਦੇ ਹੋ ਤਾਂ ਇਹ ਕਲੀਅਰ ਆਊਟ ਹੋ ਜਾਂਦਾ ਕਿ ਆਪਾਂ ਨੇ ਇੱਕ ਟੌਪਿਕ ਨੂੰ ਐਗਜ਼ਾਮ ਦੇ ਲਈ ਪੜ੍ਹਨਾ ਕਿਵੇਂ ਆ। ਸੋ ਇਸ ਟੌਪਿਕ ਦੇ ਨਾਲ ਵੀ ਮੈਂ 2-3 ਕੁਐਸਚਨ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪਾਉਂਗੀ, ਤੁਸੀਂ ਕਮੈਂਟ ਦੇ ਵਿੱਚ ਉਹਨਾਂ ਦਾ ਆਨਸਰ ਕਰਨਾ ਹੈ, ਮੈਂ ਤੁਹਾਨੂੰ ਰਿਪਲਾਈ ਕਰਕੇ ਦੱਸ ਦੂੰਗੀ ਕਿ ਤੁਹਾਡਾ ਆਨਸਰ ਸਹੀ ਹੈ ਕਿ ਗਲਤ ਹੈ। So this was all about our second lecture from Indian economy. I hope you liked the video. Please keep supporting and do like, share and comment. Thank you.